Good evening, students. Very good evening to all. How are you? मैं ਉਮੀਦ ਕਰਦਾ ਕਿ ਸਾਨੂੰ ਜਿਹੜੇ ਰੂਲਸ ਆਫ ਅਕਾਊਂਟ ਨੇ ਉਹ ਚੰਗੀ ਤਰ੍ਹਾਂ ਨਾਲ ਯਾਦ ਹੋ ਗਏ ਹਨ। ਇੱਕ ਵਾਰ ਫਿਰ ਲਿਖਦੇ ਹਾਂ, ਦੁਬਾਰਾ ਬੇਸ ਬਣੇ। ਪਹਿਲਾ ਅਕਾਊਂਟ ਕਿਹੜਾ ਹੈ ਜੀ? ਨਾਲੋਂ ਨਾਲ ਬੋਲਿਆ ਕਰੋ। ਕੁਝ ਕੁ ਸਟੂਡੈਂਟਸ ਮੈਸੇਜ ਕਰਕੇ ਕੁਐਸਚਨ ਪੁੱਛਦੇ ਨੇ, ਅੱਜ ਉਹਨਾਂ ਦੇ ਮੈਂ ਜਵਾਬ ਵੀ ਦੇਵਾਂਗਾ ਔਰ ਤੁਸੀਂ 5 ਮਿੰਟ ਆਪਾਂ ਕੁਐਸਚਨ ਆਨਸਰ ਤੇ ਲਗਾਵਾਂਗੇ। ਆਪ ਜੀ ਨੇ ਮੈਨੂੰ ਮੈਸੇਜ ਕਰਕੇ ਕੁਐਸਚਨ ਪੁੱਛਣਾ ਹੈ, ਮੈਂ ਤੁਹਾਡੇ ਕੁਐਸਚਨ ਦੇ ਆਨਸਰ ਦਾਂਗਾ। ਪਰਸਨਲ ਅਕਾਊਂਟ ਦਾ ਰੂਲ ਕੀ ਹੈ? ਦਾ ਰਿਸੀਵਰ ਡੈਬਿਟ, ਦਾ ਗਿਵਰ ਕ੍ਰੈਡਿਟ। ਸੈਕਿੰਡ ਰੀਅਲ ਅਕਾਊਂਟ ਦਾ ਰੂਲ ਹੈ ਜੀ, what comes in debit, what comes in debit, what goes out credit। ਥਰਡ ਹੈ ਸਾਡੇ ਕੋਲ ਨੋਮੀਨਲ ਅਕਾਊਂਟ ਦਾ ਰੂਲ ਹੈ ਜੀ, all expenses and losses debit, all incomes and gains credit। ਮੈਂ ਉਮੀਦ ਕਰਦਾ ਕਿ ਇਹ ਵਾਲੇ ਜਿਹੜੇ ਰੂਲ ਨੇ ਆਪ ਜੀ ਨੂੰ ਅੱਛੀ ਤਰ੍ਹਾਂ ਨਾਲ ਕਲੀਅਰ ਹੋਣਗੇ। देर विल बी नो प्रॉब्लम। फिर ਆਪਾਂ ਪੰਜਾਬੀ ਮੀਡੀਅਮ ਵਾਲਿਆਂ ਵਾਸਤੇ ਬੋਲ ਰਹੇ ਹਾਂ। ਪ੍ਰਾਪਤ ਕਰਨ ਵਾਲੇ ਨੂੰ ਡੈਬਿਟ ਤੇ ਕੋਈ ਚੀਜ਼ ਦੇ ਰਿਹਾ ਹੈ ਤਾਂ ਉਸ ਨੂੰ ਕ੍ਰੈਡਿਟ। ਕੋਈ ਪਰਸਨ, ਕੋਈ ਆਦਮੀ ਕੋਈ ਚੀਜ਼ ਪ੍ਰਾਪਤ ਕਰਿਆ ਕਰੇਗਾ ਤਾਂ ਉਹਨੂੰ ਡੈਬਿਟ ਕਰਿਆ ਕਰਾਂਗੇ, ਤੇ ਜੇਕਰ ਕੋਈ ਆਦਮੀ ਕੋਈ ਚੀਜ਼ ਦਿਆ ਕਰੇਗਾ, ਮੰਨ ਲਓ ਆਪਾਂ ਪੈਸੇ ਹੀ ਨੇ, ਸਪੋਜ਼ ਰੁਪੀਜ਼ ਨੇ। ਰੁਪੀਜ਼ ਕਿਵੇਂ ਨੇ? ਮੰਨ ਲਓ ਅਸੀਂ ਆਕਾਸ਼ ਸਾਨੂੰ ਪੈਸੇ ਦੇ ਰਿਹਾ, ਬਿਜ਼ਨਸ ਨੂੰ ਦੇ ਰਿਹਾ, ਤਾਂ ਉਹ ਕੀ ਹੋ ਗਿਆ? ਗਿਵਰ। ਤਾਂ ਗਿਵਰ ਨੂੰ ਕੀ ਕਰਿਆ ਕਰਾਂਗੇ? ਕ੍ਰੈਡਿਟ। ਜੇ ਅਸੀਂ ਆਕਾਸ਼ ਨੂੰ ਪੈਸੇ ਦੇ ਰਹੇ ਹਾਂ ਤਾਂ ਹੀ ਇਜ਼ ਰਿਸੀਵਰ, ਉਹਨੂੰ ਕੀ ਕਰਿਆ ਕਰਾਂਗੇ? ਡੈਬਿਟ। ਐਵੇਂ ਰੀਅਲ ਅਕਾਊਂਟ ਦਾ ਰੂਲ ਕੀ ਕਹਿੰਦਾ? ਵਟ ਕਮਸ ਇਨ ਡੈਬਿਟ, ਜੋ ਸੰਪत्ति व्यवसाय में आए उसे डेबिट, जो जाए उसे क्रेडिट। मान लो मशीनरी खरीदी, ਵਪਾਰ 'ਚ ਆਈ ਡੈਬਿਟ। ਫਰਨੀਚਰ ਵੇਚਿਆ, ਵਪਾਰ 'ਚ ਗਿਆ ਕ੍ਰੈਡਿਟ। ਇੱਕ ਹੋਰ ਫੰਡਾ ਮੈਂ ਤੁਹਾਨੂੰ ਯਾਦ ਰੱਖਿਆ, ਕਹਿਣ ਲਈ ਕਿਹਾ, ਯਾਦ ਰੱਖਣ ਲਈ ਕਿਹਾ ਕਿ ਸਪੋਜ਼ ਤੁਸੀਂ ਇਹ ਦੇਖਿਆ ਕਰੋ ਕਿ ਬਿਜ਼ਨਸ ਵਿੱਚ ਕੈਸ਼ ਆ ਰਿਹਾ ਹੈ ਕਿ ਕੈਸ਼ ਜਾ ਰਿਹਾ ਹੈ। ਜੇ ਬਿਜ਼ਨਸ ਵਿੱਚ ਕੈਸ਼ ਆ ਰਿਹਾ ਹੋਏ ਤਾਂ ਉਸ ਨੂੰ ਡੈਬਿਟ ਕਰਨਾ ਹੁੰਦਾ ਹੈ, ਜੇਕਰ ਕੈਸ਼ ਬਿਜ਼ਨਸ ਵਿੱਚੋਂ ਜਾ ਰਿਹਾ ਹੋਏ ਤਾਂ ਉਸ ਨੂੰ ਕ੍ਰੈਡਿਟ ਕਰਨਾ ਹੁੰਦਾ ਹੈ। ਇਹ ਗੱਲ ਭੁੱਲਣੀ ਨਹੀਂ। ਜਿੰਨੇ ਵੀ ਖਰਚੇ ਨੇ, ਹੁਣ ਵੇਖੋ ਖਰਚੇ ਕੀ ਹੋ ਸਕਦੇ ਨੇ? ਅਸੀਂ ਸੈਲਰੀ ਪੇ ਕੀਤੀ, ਅਸੀਂ ਰੈਂਟ ਪੇ ਕੀਤਾ, ਅਸੀਂ ਸੈਲਰੀ ਪੇ ਕਰ ਰਹੇ ਹਾਂ, ਰੈਂਟ ਪੇ ਕਰ ਰਹੇ ਹਾਂ, ਕਮਿਸ਼ਨ ਪੇ ਕਰ ਰਹੇ ਹਾਂ, ਜਾਂ ਕਿਸੇ ਇਹਦੇ ਤੋਂ ਇਲਾਵਾ ਇੰਟਰਸਟ ਪੇ ਕਰ ਰਹੇ ਹਾਂ। ਇਹ ਸਾਰੇ ਖਰਚਿਆਂ ਵਿੱਚ ਆਉਂਦੇ ਨੇ, ਐਕਸਪੈਂਸ ਵਿੱਚ ਆਉਂਦੇ ਨੇ, ਇਹਨਾਂ ਨੂੰ ਅਸੀਂ ਡੈਬਿਟ ਕਰਦੇ ਹਾਂ। ਮੰਨ ਲਓ ਸਾਨੂੰ ਰੈਂਟ ਰਿਸੀਵ ਹੋਇਆ, ਸਾਨੂੰ ਕਮਿਸ਼ਨ ਰਿਸੀਵ ਹੋਇਆ, ਸਾਨੂੰ ਇੰਟਰਸਟ ਰਿਸੀਵ ਹੋਇਆ, ਆਲ ਆਰ ਇਨਕਮਸ, ਤਾਂ ਅਸੀਂ ਇਨਕਮ ਨੂੰ ਕੀ ਕਰਦੇ ਹਾਂ? ਕ੍ਰੈਡਿਟ ਕਰਦੇ ਹਾਂ। ਆਓ ਅੱਜ ਇੱਕ ਵਾਰ ਫਿਰ ਕੁਝ ਬੱਚੇ ਕਹਿ ਰਹੇ ਨੇ ਕਿ ਆਵਾਜ਼ ਨਹੀਂ ਆ ਰਹੀ। ਹੁਣ ਦੱਸੋ ਆਵਾਜ਼ ਆ ਰਹੀ ਹੈ? ਮੈਂ ਥੋੜਾ ਸਾ ਲਾਊਡਲੀ ਬੋਲ ਰਿਹਾ, ਹੋਰ ਉੱਚੀ ਬੋਲ ਦਿੰਦਾ ਜੇ ਤੁਹਾਨੂੰ ਆਵਾਜ਼ ਨਹੀਂ ਆ ਰਹੀ ਤਾਂ। ਹੁਣ ਆਵਾਜ਼ ਆ ਰਹੀ ਹੈ? ਇੱਕ ਵਾਰ ਯੈਸ ਦੇ ਦਿਓ। ਔਰ ਇਹਦੇ ਤੋਂ ਇਲਾਵਾ ਜਿਹੜੇ ਤੁਹਾਨੂੰ ਕੁਝ ਨਹੀਂ ਆ ਰਿਹਾ, ਤੁਹਾਨੂੰ ਸਮਝ ਨਹੀਂ ਆ ਰਹੀ, ਤਾਂ ਆਵਾਜ਼ ਅਜੇ ਵੀ ਨਹੀਂ ਆ ਰਹੀ, ਵਾਇਸ ਪ੍ਰੋਬਲਮ ਹੈ। ਓਕੇ ਬੇਟਾ ਜੀ, ਮੈਂ ਹੋਰ ਉੱਚੀ ਬੋਲਦਾ, ਸ਼ਾਬਾਸ਼, ਥੋੜਾ ਸਾ ਹੋਰ ਲਾਊਡਲੀ ਬੋਲਦਾ। ਹੁਣ ਦੱਸੋ ਆਵਾਜ਼ ਆ ਰਹੀ ਹੈ ਕਿ ਨਹੀਂ? ਮੈਂ ਹੋਰ ਉੱਚੀ ਬੋਲ ਰਿਹਾ, ਕੀ ਆਵਾਜ਼ ਆ ਰਹੀ ਹੈ? ਟੈਲ ਮੀ ਨਾਓ, ਟੈਲ ਮੀ, ਕੀ ਆਵਾਜ਼ ਆ ਰਹੀ ਹੈ ਬੇਟਾ? ਇੱਕ ਜਣਾ ਦੱਸ ਦਿਓ। ਹੁਣ ਕਲੀਅਰ ਹੈ ਜੀ? ਯੈਸ ਸਰ, ਵੈਰੀ ਗੁੱਡ। ਤਾਂ ਮੈਂ ਥੋੜਾ ਜਿਹਾ ਹੋਰ ਉੱਚੀ ਬੋਲਦਾ ਤਾਂ ਕਿ ਤੁਹਾਨੂੰ ਆਵਾਜ਼ ਵਧੀਆ ਤਰੀਕੇ ਨਾਲ ਆ ਜੇ। ਤਾਂ ਪਹਿਲਾ ਕੁਐਸਚਨ ਲਿਖ ਰਹੇ ਹਾਂ ਜੀ, ਪਹਿਲੀ ਸਟੇਟਮੈਂਟ ਲਿਖ ਰਹੇ ਹਾਂ, ਬਾਟ। ਵਰਡ ਬਾਟ ਆ ਜੇ, ਵਰਡ ਪਰਚੇਜ਼ਡ ਆ ਜੇ, ਦੋਨਾਂ ਦਾ ਮਤਲਬ ਹੀ ਖਰੀਦਣਾ ਹੁੰਦਾ ਹੈ। ਗੁੱਡਸ ਫॉर रुपीज़ 50,000। सेकेंड परचेज्ड मशीनरी
नालों नाल बेटा जी लिखी जाओ, फॉर ₹50,000 नेक्स्ट परचेज्ड फर्नीचर फॉर ₹40,000। बेटा जी नालों नाल नोटबुक ते नोट करोगे तो ज़्यादा वधिया रहेगा। रेंट पेड ₹2,000, ਇਹਦੇ ਨਾਲ ਹੀ मैं लिखना ठीक समझांगा, रेंट रिसीव्ड ₹2,000। नेक्स्ट कैश पेड टू विजय ₹3,000। नेक्स्ट कैश received from अनुराग ₹3,000। नेक्स्ट सैलरी पेड रुपीज़, बेटा याद रखना सैलरी हमेशा पेड होंदी है, सैलरी कदे रिसीव्ड नहीं होंदी। ਐਵੇਂ ਵੇਜਿਸ ਹਮੇਸ਼ਾ ਪੇਡ ਹੁੰਦੀਆਂ ਨੇ, ਕਦੇ ਵੀ ਰਿਸੀਵ ਨਹੀਂ ਹੁੰਦੀਆਂ। ਇਹ ਗੱਲ ਯਾਦ ਰੱਖਣੀ ਹੈ, ਪੱਲੇ ਬੰਨ ਲੈਣੀ ਹੈ। ਇੰਟਰਸਟ ਰਿਸੀਵ ਵੀ ਹੋ ਸਕਦਾ ਹੈ ਤੇ ਪੇਡ ਵੀ ਹੋ ਸਕਦਾ ਹੈ। ਬੇਟਾ ਜੀ ਧਿਆਨ ਨਾਲ ਸੁਣੋ, ਨੋਟਬੁੱਕ ਲੈ ਕੇ ਬੈਠੋ। ਜਦੋਂ ਤੱਕ ਤੁਸੀਂ ਨੋਟਬੁੱਕ ਨਹੀਂ ਲੈ ਕੇ ਬੈਠੋਗੇ, ਪੈਨ ਕਾਪੀ ਨਹੀਂ ਲੈ ਕੇ ਬੈਠੋਗੇ, ਉਦੋਂ ਤੱਕ ਇਹ ਗੱਲ ਕਲੀਅਰ ਨਹੀਂ ਹੋਣੀ। ਮੇਰੇ ਕਰਾਉਣ ਤੋਂ ਬਾਅਦ ਜੇਕਰ ਕਿਸੇ ਨੂੰ ਕੋਈ ਡਾਊਟ ਆ ਜੇ ਤਾਂ ਮੈਂ ਅੱਜ ਤੁਹਾਡੇ ਮੈਸੇਜ ਪੈਰਲਲ ਬਰਾਬਰ ਪੜ੍ਹਾਂਗਾ। ਤੁਸੀਂ ਕੀ ਮੈਸੇਜ ਪਾਉਂਦੇ ਹੋ, ਕੀ ਪੁੱਛਦੇ ਹੋ, ਤੁਹਾਡੇ ਹਰੇਕ ਕੁਐਸਚਨ ਦਾ ਆਨਸਰ ਦਿੱਤਾ ਜਾਏਗਾ। ਪਿਆਰੇ ਵਿਦਿਆਰਥੀਓ, ਤਾਂ ਆਓ ਅਸੀਂ ਇਹਨਾਂ ਨੂੰ ਅੱਜ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹੁਣ ਜਦੋਂ ਵੀ ਬਾਟ ਜਾਂ ਪਰਚੇਜ਼ ਗੁੱਡਸ ਆ ਜੇ ਤਾਂ ਸਾਰਿਆਂ ਤੋਂ ਪਹਿਲਾਂ ਅਸੀਂ ਕੀ ਲਿਖਣਾ ਹੁੰਦਾ ਹੈ, ਪਰਚੇਜਿਸ ਅਕਾਊਂਟ। ਪਰਚੇਜਿਸ ਅਕਾਊਂਟ ਸਾਡੇ ਕੋਲ ਰੀਅਲ ਹੈ, ਕੈਸ਼ ਵੀ ਰੀਅਲ ਹੈ। ਗੁੱਡਸ ਖਰੀਦਾਂਗੇ, ਕੈਸ਼ ਗਿਆ ਕ੍ਰੈਡਿਟ, ਗੁੱਡਸ ਬਿਜ਼ਨਸ ਵਿੱਚ ਆਈਆਂ ਡੈਬਿਟ, ਤਾਂ ਪਰਚੇਜਿਸ ਅਕਾਊਂਟ ਡੈਬਿਟ ਕਰਾਂਗੇ ਅਤੇ ਕੈਸ਼ ਨੂੰ ਅਸੀਂ ਕ੍ਰੈਡਿਟ ਕਰਾਂਗੇ। ਬੇਟਾ ਜੀ ਜਿਹੜੇ ਬੱਚੇ ਫਾਲਤੂ ਮੈਸੇਜ ਕਰ ਰਹੇ ਨੇ ਉਹ ਬੰਦ ਕਰ ਦਿਓ ਔਰ ਆਦੇ ਲੈਸਨ ਵੱਲ ਧਿਆਨ ਦਿਓ, ਬੜਾ ਹੀ ਇੰਪੋਰਟੈਂਟ ਹੈ। परचेज मशीनरी, मशीनरी रियल अकाउंट है, खरीदांगे डेबिट, कैश गोज आउट रियल अकाउंट क्रेडिट। फिर फर्नीचर खरीदिया, फर्नीचर रियल अकाउंट वट कम्स इन डेबिट, कैश रियल अकाउंट बिजनेस विचों कैश गया क्रेडिट। मैं पहले भी दसिया है, जेकर बिजनेस दे विचों कैश जा रहा होए, वेखो खरीदण नाल, मशीनरी खरीदण नाल, गुड्स खरीदण नाल, फर्नीचर खरीदण नाल 3 एंट्रियां कीतियां ने। ਤਿੰਨਾਂ ਦੇ ਖਰੀਦਣ ਦੇ ਨਾਲ ਪਿਆਰੇ ਵਿਦਿਆਰਥੀਓ ਸਾਡੇ ਕੋਲ ਕੈਸ਼ ਜਾ ਰਿਹਾ ਹੈ ਤਾਂ ਇਸ ਨੂੰ ਕ੍ਰੈਡਿਟ ਕਰਾਂਗੇ। ਧਿਆਨ ਰੱਖਣਾ ਹੈ, ਰੈਂਟ ਪੇਡ, ਰੈਂਟ ਇਜ਼ ਨੋਮੀਨਲ ਅਕਾਊਂਟ, ਕੈਸ਼ ਇਜ਼ ਰੀਅਲ ਅਕਾਊਂਟ। ਹੁਣ ਕੈਸ਼ ਜਦੋਂ ਰੈਂਟ ਪੇ ਕਰਾਂਗੇ ਤਾਂ ਬਿਜ਼ਨਸ ਵਿੱਚੋਂ ਕੈਸ਼ ਜਾਏਗਾ, ਇਸ ਵਾਸਤੇ ਕੈਸ਼ ਨੂੰ ਕ੍ਰੈਡਿਟ ਕਰਾਂਗੇ ਜੀ। ਔਰ ਰੈਂਟ ਇੱਕ ਨੋਮੀਨਲ ਅਕਾਊਂਟ ਹੈ, ਖਰਚਾ ਹੈ, ਇਸ ਨੂੰ ਡੈਬਿਟ ਕਰਾਂਗੇ। ਇੱਕ ਹੋਰ, ਮੰਨ ਲਓ ਤੁਸੀਂ ਇੱਕ ਕ੍ਰੈਡਿਟ ਨਿਕਾਲ ਲਿਆ ਨਾ ਤੇ ਦੂਜਾ ਆਟੋਮੈਟਿਕਲੀ ਡੈਬਿਟ ਹੀ ਹੋਏਗਾ। ਮੈਂ ਪਹਿਲੇ ਵੀ ਦੱਸ ਚੁੱਕਿਆ, ਜੇ ਤੁਸੀਂ ਇੱਕ ਡੈਬਿਟ ਨਿਕਾਲ ਲਿਆ ਦੂਜਾ ਆਟੋਮੈਟਿਕਲੀ ਕ੍ਰੈਡਿਟ ਹੋਏਗਾ, ਕਿਉਂਕਿ 2 ਡੈਬਿਟ ਨਹੀਂ ਹੋ ਸਕਦੇ, 2 ਕ੍ਰੈਡਿਟ ਨਹੀਂ ਹੋ ਸਕਦੇ, 3 ਹੋਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। 2 ਅਕਾਊਂਟ ਹੀ ਅਸੀਂ ਕੰਸੀਡਰ ਕਰਨੇ ਹੁੰਦੇ ਨੇ ਜੀ। ਹੁਣ ਇੱਥੇ ਰੈਂਟ ਪੇਡ ਸੀ, ਅਗਲੀ ਸਟੇਟਮੈਂਟ ਤੇ ਰੈਂਟ ਰਿਸੀਵ ਆ ਗਿਆ। ਰੈਂਟ ਰਿਸੀਵ ਆ ਗਿਆ ਤਾਂ ਕੈਸ਼ ਬਿਜ਼ਨਸ ਵਿੱਚ ਆਈ, ਇਸ ਨੂੰ ਡੈਬਿਟ ਕਰਾਂਗੇ। ਰੈਂਟ ਸਾਡੇ ਕੋਲ ਇਨਕਮ ਹੈ, ਨੋਮੀਨਲ ਹੈ, ਇਸ ਨੂੰ ਅਸੀਂ ਕ੍ਰੈਡਿਟ ਕਰਾਂਗੇ। ਧਿਆਨ ਰੱਖਣਾ ਹੈ, ਕਿਉਂਕਿ ਨੋਮੀਨਲ ਦਾ ਰੂਲ ਕੀ ਹੈ, ਇਨਕਮ ਅਤੇ ਗੇਨ ਨੂੰ ਕ੍ਰੈਡਿਟ ਕਰਨਾ, ਅਤੇ ਇੱਥੇ ਰੈਂਟ ਸਾਡੀ ਇਨਕਮ ਹੈ, ਇਸ ਵਾਸਤੇ ਇਸ ਨੂੰ ਕ੍ਰੈਡਿਟ ਕਰਾਂਗੇ। ਜੇ ਇਹ ਨਾ ਵੀ ਨਿਕਲਦਾ ਨਾ, ਆ ਦੇਖੋ ਅਸੀਂ ਕੈਸ਼ ਤਾਂ ਡੈਬਿਟ ਕਰ ਹੀ ਲਿਆ ਸੀ, ਇਹਨੇ ਆਟੋਮੈਟਿਕਲੀ ਕ੍ਰੈਡਿਟ ਹੀ ਆਉਣਾ ਸੀ। ਪਿਆਰੇ ਵਿਦਿਆਰਥੀਓ, कैश पेड टू विजय, विजय इज़ पर्सनल अकाउंट, कैश इज़ रियल अकाउंट, कैश बिजनेस विचों गया क्रेडिट होएगा। ਹੁਣ ਜਦੋਂ ਅਸੀਂ ਕੈਸ਼ ਵਿਜੇ ਨੂੰ ਦੇ ਰਹੇ ਹਾਂ, ਪਰਸਨਲ ਅਕਾਊਂਟ ਦਾ ਰੂਲ ਕੀ ਕਹਿੰਦਾ ਹੈ, ਰਿਸੀਵਰ ਨੂੰ ਡੈਬਿਟ ਕਰਨਾ ਹੈ, ਤੇ ਅਸੀਂ ਫਿਰ ਵਿਜੇ ਨੂੰ ਪਿਆਰੇ ਵਿਦਿਆਰਥੀਓ ਡੈਬਿਟ ਕਰਾਂਗੇ ਜੀ। ਕੈਸ਼ ਰਿਸੀਵਡ ਫਰਾਮ ਅਨੁਰਾਗ, ਅਨੁਰਾਗ ਤੋਂ ਕੈਸ਼ ਮਿਲਿਆ, ਬਿਜ਼ਨਸ ਵਿੱਚ ਕੈਸ਼ ਆਇਆ, ਇਹਨੂੰ ਡੈਬਿਟ ਕਰਾਂਗੇ। ਹੁਣ ਅਨੁਰਾਗ ਪਰਸਨਲ ਅਕਾਊਂਟ ਹੈ, ਹੀ ਇਜ਼ ਗਿਵਰ, ਇਸ ਵਾਸਤੇ ਇਸ ਨੂੰ ਕ੍ਰੈਡਿਟ ਕਰਾਂਗੇ। ਅਨੁਰਾਗ ਕ੍ਰੈਡਿਟ ਕੱਢਣਾ ਨਹੀਂ ਵੀ ਆਉਂਦਾ ਸੀ ਤਾਂ ਕੈਸ਼ ਡੈਬਿਟ ਕੱਢ ਲਿਆ ਸੀ, ਅਨੁਰਾਗ ਨੇ ਆਟੋਮੈਟਿਕਲੀ ਕ੍ਰੈਡਿਟ ਹੀ ਹੋਣਾ ਸੀ। ਪਿਆਰੇ ਵਿਦਿਆਰਥੀਓ,
ਇੱਥੇ ਹੁਣ ਸੈਲਰੀ ਪੇਡ ਹੈ, ਸੈਲਰੀ ਪੇਡ ਕਰਨ ਨਾਲ ਰੀਅਲ ਅਕਾਊਂਟ ਕੈਸ਼ ਜਾਏਗਾ, ਉਸ ਨੂੰ ਕ੍ਰੈਡਿਟ ਕਰਾਂਗੇ ਜੀ। ਸੈਲਰੀ ਇੱਥੇ ਨੋਮੀਨਲ ਅਕਾਊਂਟ ਹੈ, ਇਸ ਨੂੰ ਅਸੀਂ ਡੈਬਿਟ ਕਰਾਂਗੇ। ਵੇਜਿਸ ਪੇਡ ਫਿਰ ਨੋਮੀਨਲ ਅਕਾਊਂਟ ਹੈ, ਵੇਜਿਸ ਨੂੰ ਡੈਬਿਟ ਕਰਾਂਗੇ। ਬੇਟਾ ਜੀ ਕੋਈ ਡਾਊਟ ਹੈ ਤਾਂ ਨਾਲੋਂ ਨਾਲ ਪੁੱਛ ਸਕਦੇ ਹੋ। ਕੈਸ਼ ਰੀਅਲ ਅਕਾਊਂਟ ਹੈ, ਇਸ ਨੂੰ ਕ੍ਰੈਡਿਟ ਕਰਾਂਗੇ। ਫਿਰ ਇੰਟਰਸਟ ਰਿਸੀਵਡ ਨੋਮੀਨਲ ਅਕਾਊਂਟ, ਰਿਸੀਵ ਹੋਇਆ ਤਾਂ ਅਸੀਂ ਇਸ ਨੂੰ ਕ੍ਰੈਡਿਟ ਕਰਾਂਗੇ। ਬਿਜ਼ਨਸ ਵਿੱਚ ਕੈਸ਼ ਆਇਆ, ਰੀਅਲ ਅਕਾਊਂਟ ਇਸ ਨੂੰ ਡੈਬਿਟ ਕਰਾਂਗੇ। ਮੈਂ ਫਟਾਫਟ ਕਿਉਂ ਕਰ ਰਿਹਾ? ਕਿਉਂਕਿ ਮੈਨੂੰ ਰੂਲ ਆਉਂਦੇ ਨੇ, ਤੁਸੀਂ ਵੀ ਰੂਲ ਸਿੱਖੋ। ਸਾਹਮਣੇ ਰੂਲ ਲਿਖੇ ਹੋਏ ਨੇ, ਸਮਝ ਲਓ 6 ਫਿਲਮਾਂ ਦੇ ਨਾਂ ਨੇ, 6 ਮੋਬਾਈਲ ਨੰਬਰ ਨੇ, ਯਾਦ ਕਰਨੇ ਨੇ। ਤੁਸੀਂ ਅਜੇ ਬੁੱਕਸ ਨਹੀਂ ਲੈ ਰਹੇ, ਯਾਦ ਨਹੀਂ ਕਰ ਰਹੇ। ਪਿਆਰੇ ਵਿਦਿਆਰਥੀਓ, ਇਸ ਨੂੰ ਚੰਗੀ ਤਰ੍ਹਾਂ ਨਾਲ ਯਾਦ ਕਰੋ। ਅੱਜ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਪਿਆਰੇ ਵਿਦਿਆਰਥੀਓ, ਤੁਹਾਡੇ ਵਰਗੇ ਮੇਰੇ ਨਾਲ 13,000 ਸਟੂਡੈਂਟਸ ਜੁੜੇ ਹੋਏ ਨੇ ਆਲ ਓਵਰ ਪੰਜਾਬ, ਅਤੇ ਇਸ ਤੋਂ ਬਾਹਰ ਲਗਭਗ 13,000 ਕਮਰਸ ਦੇ ਸਟੂਡੈਂਟਸ ਬੇਟਾ ਜੀ ਮੇਰੇ ਨਾਲ ਐਡ ਹਨ। ਧਿਆਨ ਰੱਖਣਾ, ਮੇਰੇ ਚੈਨਲ 'ਤੇ 13,000 ਸਟੂਡੈਂਟਸ ਜੁੜੇ ਹੋਏ ਨੇ। 13,000 ਸਬਸਕ੍ਰਾਈਬਰ ਹੋਣ ਕਰਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ, ਪਿੰਡਾਂ ਤੋਂ ਔਰ ਪੰਜਾਬ ਤੋਂ ਬਾਹਰ ਸਟੂਡੈਂਟਸ ਵੀ ਜੁੜੇ ਹੋਏ ਹਨ। ਇਸ ਤੋਂ ਇਲਾਵਾ ਪਿਆਰੇ ਵਿਦਿਆਰਥੀਓ, ਮੈਂ ਕਮਰਸ ਵਿਜ਼ਨ ਐਪ ਬਣਾਇਆ ਹੋਇਆ ਹੈ। ਕਮਰਸ ਵਿਜ਼ਨ ਐਪ 'ਤੇ ਤੁਹਾਨੂੰ ਸਾਰਾ ਸਟੱਡੀ ਮਟੀਰੀਅਲ ਮਿਲਦਾ ਹੈ। ਉਸ 'ਤੇ ਲਗਭਗ 6,000 ਤੋਂ ਜ਼ਿਆਦਾ ਸਟੂਡੈਂਟਸ ਨੇ ਇਸ ਨੂੰ ਡਾਊਨਲੋਡ ਕੀਤਾ ਹੋਇਆ ਹੈ। ਮੋਰ ਦੈਨ 6,000 ਸਟੂਡੈਂਟਸ, 6,000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਸ ਨੂੰ ਡਾਊਨਲੋਡ ਕੀਤਾ ਹੋਇਆ ਹੈ। ਯਾਦ ਰੱਖਣਾ, 6,000 ਤੋਂ ਜ਼ਿਆਦਾ, 6,000 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਸ ਨੂੰ ਡਾਊਨਲੋਡ ਕੀਤਾ ਹੋਇਆ ਹੈ। ਤਾਂ ਜਿਨ੍ਹਾਂ ਨੇ ਅਜੇ ਤੱਕ ਕਮਰਸ ਵਿਜ਼ਨ ਐਪ ਨੂੰ ਡਾਊਨਲੋਡ ਨਹੀਂ ਕੀਤਾ, ਪਿਆਰੇ ਵਿਦਿਆਰਥੀਓ ਜਲਦੀ ਜਲਦੀ ਡਾਊਨਲੋਡ ਕਰ ਲਓ। ਔਰ ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਕਿ ਮੇਰੇ ਨਾਲ ਜਿਹੜੇ ਕਮਰਸ ਦੇ 13,000 ਸਟੂਡੈਂਟਸ ਜੁੜੇ ਹੋਏ ਹਨ ਪਿਆਰੇ ਵਿਦਿਆਰਥੀਓ, ਉਹ ਤੁਹਾਡੇ ਵਰਗੇ ਨੇ ਔਰ ਉਹ ਕਾਫੀ ਜਿਹੜੀ ਐਜੂਕੇਸ਼ਨ ਹੈ ਉਹ ਮੇਰੇ ਤੋਂ ਲੈ ਰਹੇ ਹਨ। ਔਰ ਮੈਂ ਉਮੀਦ ਕਰਦਾ ਕਿ ਅੱਜ ਤੋਂ ਬਾਅਦ ਤੁਹਾਡੇ ਜਿੰਨੇ ਵੀ ਸਟੂਡੈਂਟਸ ਨੇ ਔਰ ਤੁਹਾਡੇ ਜਿੰਨੇ ਵੀ ਕਲਾਸਮੇਟ ਨੇ ਬੇਟਾ ਜੀ, ਉਹਨਾਂ ਨੂੰ ਦੱਸੋ ਕਿ ਉਹ ਮੈਕਸਿਮਮ ਇਸ 'ਤੇ ਚੈਨਲ 'ਤੇ ਜੁੜਿਆ ਕਰਨ ਔਰ ਐਜੂਕੇਸ਼ਨ ਲੈਣ। ਤੁਸੀਂ ਕੀ ਕਰਨਾ ਹੈ, ਮੇਰੇ ਚੈਨਲ 'ਤੇ ਜਾ ਕੇ ਹੈਸ਼ ਨੰਬਰ 32 ਉਹਦੇ 'ਤੇ ਲਿਖਿਆ ਹੋਇਆ ਹੈ ਫਾਰਮੈਟ ਆਫ ਜਰਨਲ। ਕੀ ਪਾਇਆ ਹੋਇਆ ਹੈ? ਫਾਰਮੈਟ ਆਫ ਜਰਨਲ। ਬੇਟਾ ਜੀ ਇਹ ਸਿਰਫ 9 ਮਿੰਟ ਦਾ ਵੀਡੀਓ ਹੈ। ਇਸ ਵੀਡੀਓ ਨੂੰ ਮੇਰੇ ਚੈਨਲ 'ਤੇ ਜਾ ਕੇ ਸਰਚ ਕਰ ਲਓ। ਤੁਸੀਂ ਸਾਰਿਆਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੈ, ਤੁਹਾਨੂੰ ਜ਼ਿਆਦਾ ਪ੍ਰੋਬਲਮ ਨਹੀਂ ਆਏਗੀ। ਅੱਜ ਤੁਸੀਂ ਸਰਚ ਮਾਰਨਾ ਹੈ ਔਰ ਆਪ ਜੀ ਨੇ ਹੈਸ਼ ਨੰਬਰ 32 ਤੇ ਜਿਸ ਦਾ ਨਾਮ ਹੈ ਫਾਰਮੈਟ ਆਫ ਜਰਨਲ, ਇਸ ਨੂੰ ਚੰਗੀ ਤਰ੍ਹਾਂ ਨਾਲ ਸੁਣਨਾ ਹੈ। ਠੀਕ 1-2 ਦਿਨਾਂ ਵਿੱਚ ਮੈਂ ਤੁਹਾਨੂੰ ਫਾਰਮੈਟ ਆਫ ਜਰਨਲ ਕਰਾਉਣਾ ਹੈ। ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਧਿਆਨ ਨਾਲ ਸੁਣੋ। ਆਪ ਜੀ ਨੇ ਇੱਕ ਕਾਪੀ ਤਾਂ ਲੈ ਲਈ ਹੋਣੀ ਹੈ ਔਰ ਇੱਕ ਆਪ ਜੀ ਨੇ ਸਕੇਲ ਲੈਣਾ ਹੈ, ਆਇਰਨ ਵਾਲਾ, ਲੋਹੇ ਵਾਲਾ ਸਕੇਲ। ਇੱਕ ਪੈਨਸਿਲ ਲੈ ਲਓ। ਅੱਜ ਤੋਂ ਬਾਅਦ ਆਪਾਂ ਪੈਨਸਿਲ 'ਤੇ ਕੰਮ ਕਰਿਆ ਕਰਾਂਗੇ। ਪੈਨਸਿਲ ਦੇ ਨਾਲ ਇੱਕ ਆਪ ਜੀ ਨੇ ਅਰੇਜ਼ਰ ਲੈਣਾ ਹੈ, ਇੱਕ ਆਪ ਜੀ ਨੇ ਸ਼ਾਰਪਨਰ ਲੈਣਾ ਹੈ, ਤਾਂ ਕਿ ਅਸੀਂ ਅੱਜ ਤੋਂ ਬਾਅਦ ਪੈਨਸਿਲ ਦੇ ਨਾਲ ਕੰਮ ਕਰਾਂਗੇ। ਤੁਸੀਂ ਸਮਝ ਲਓ ਕਿ ਅਸੀਂ ਦੁਬਾਰਾ LKG UKG ਵਿੱਚ ਆ ਗਏ। ਇਹਦੇ ਪਿੱਛੇ ਕਾਰਨ ਕੀ ਹੈ? ਤੁਸੀਂ ਹੈਰਾਨ ਹੋਵੋਗੇ ਕਿ ਸਰ ਪੈਨਸਿਲ ਕਿਉਂ ਕਹਿ ਰਹੇ ਨੇ। ਕਿ ਬੇਟਾ ਜੀ ਜਦੋਂ ਆਪਾਂ ਜਰਨਲ ਐਂਟਰੀਜ਼ ਕਰਾਂਗੇ, ਫਾਰਮੈਟ ਬਣਾਵਾਂਗੇ ਨਾ, ਉਦੋਂ ਤੁਹਾਡੇ ਕੋਲ ਨਾ ਵਾਰ-ਵਾਰ ਗਲਤੀ ਹੋਏਗੀ ਤਾਂ ਆਪਾਂ ਪੇਜ ਵਾਰ-ਵਾਰ ਖਰਾਬ ਨਹੀਂ ਕਰਨੇ। ਪੇਜਿਸ ਨੂੰ ਬਚਾਉਣ ਦੇ ਲਈ ਪਿਆਰੇ ਵਿਦਿਆਰਥੀਓ, ਇਸ ਵਾਸਤੇ ਮੈਂ ਤੁਹਾਨੂੰ ਪੈਨਸਿਲ ਯੂਜ਼ ਕਰਨ ਲਈ ਮੋਟੀਵੇਟ ਕਰ ਰਿਹਾ। ਆਪ ਜੀ ਨੇ ਪੈਨਸਿਲ ਲੈਣੀ ਹੈ। ਮੈਂ ਤੁਹਾਨੂੰ ਦੱਸਿਆ ਹੈ ਕਿ 13,000 ਸਟੂਡੈਂਟਸ ਮੇਰੇ ਨਾਲ ਜੁੜੇ ਹੋਏ ਨੇ ਔਰ ਅਲੱਗ-ਅਲੱਗ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਤੋਂ ਐਜੂਕੇਸ਼ਨ ਅਚੀਵ ਕਰ ਰਹੇ ਨੇ। ਤਾਂ ਬੇਟਾ ਜੀ ਤੁਸੀਂ ਵੀ ਅੱਜ ਤੋਂ ਬਾਅਦ ਜਿਹੜੇ ਸਕੂਲ ਵਿੱਚ ਪੜ੍ਹਦੇ ਹੋ, ਤੁਹਾਡੇ ਸਕੂਲ ਦਾ ਗਰੁੱਪ ਬਣਿਆ ਹੋਣਾ ਹੈ, ਉਹ ਸਕੂਲ ਦੇ ਗਰੁੱਪ ਦੇ ਵਿੱਚ ਇਹ ਪਾ ਦਿਓ ਕਿ ਕੱਲ੍ਹ ਤੋਂ ਮੈਂ ਨਵਾਂ ਟੌਪਿਕ ਸ਼ੁਰੂ ਕਰਨਾ ਹੈ। ਅਤੇ ਤੁਸੀਂ ਜਲਦੀ ਜਦੋਂ ਤੱਕ ਫਾਰਮੈਟ ਆਫ ਐਜੂਕੇਸ਼ਨ ਨੂੰ ਨਹੀਂ ਸਮਝ ਲੈਂਦੇ, ਉਦੋਂ ਤੱਕ ਤੁਹਾਨੂੰ
ਪ੍ਰੋਬਲਮ ਹੀ ਆਏਗੀ। ਇਹ ਹੈਸ਼ ਨੰਬਰ 32 ਫਾਰਮੈਟ ਆਫ ਜਰਨਲ ਨੂੰ ਚੰਗੀ ਤਰ੍ਹਾਂ ਨਾਲ ਸੁਣ ਲੈਣਾ ਹੈ। ਸਿਰਫ ਇਹ 9 ਮਿੰਟ ਦਾ ਹੈ, ਇਸ ਤੋਂ ਜ਼ਿਆਦਾ ਨਹੀਂ ਹੈਗਾ। ਤਸੱਲੀ ਨਾਲ ਵੇਖਣਾ ਹੈ, ਪੈਨ ਕਾਪੀ ਪੈਨਸਲ ਸਕੇਲ ਲੈ ਲੈਣਾ ਹੈ। ਜਲਦੀ 2 ਦਿਨ ਤੁਹਾਨੂੰ ਦਿੱਤੇ, 2 ਦਿਨ 'ਚ ਅਰੇਂਜ ਕਰ ਲਓ। 2 ਦਿਨ ਬਾਅਦ ਮੈਂ ਤੁਹਾਨੂੰ ਫਿਰ ਫਾਰਮੈਟ ਆਫ ਜਰਨਲ ਕਰਾਉਣਾ ਹੈ। ਔਰ ਜਿਹੜੇ ਸਟੂਡੈਂਟਸ ਅੱਜ ਨਵੇਂ ਜੁੜੇ ਨੇ ਉਹਨਾਂ ਨੇ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਿਆਰੇ ਵਿਦਿਆਰਥੀਓ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮੇਰੀ ਕਲਾਸ ਲਗਾਉਣ ਤੋਂ ਬਾਅਦ ਇਸ ਲੈਕਚਰ ਨੂੰ ਇੱਕ ਵਾਰੀ ਦੁਬਾਰਾ ਫਿਰ ਸੁਣਿਆ ਕਰੋ ਕਿ ਸਰ ਨੇ ਕੀ ਕਿਹਾ ਸੀ, ਨਵੀਂ ਗੱਲ ਮੈਂ ਕੀ ਦੱਸੀ ਹੈ। ਵਾਰ-ਵਾਰ ਅੱਜ ਤੋਂ ਪਹਿਲਾਂ 15 ਲੈਕਚਰ ਆ ਗਏ ਨੇ, ਉਹ 15 ਦੇ 15 ਸਾਰੇ ਲੈਕਚਰ ਨੂੰ 15 ਲੈਕਚਰ ਪਹਿਲਾਂ ਆ ਚੁੱਕੇ ਨੇ। 15 ਦੇ 15 ਲੈਕਚਰਸ ਨੂੰ ਚੰਗੀ ਤਰ੍ਹਾਂ ਨਾਲ ਸੁਣ ਲਓ ਤਾਂ ਕਿ ਪਿੱਛੇ ਵਾਲਾ ਜਿਹੜੇ ਨਵੇਂ ਸਟੂਡੈਂਟਸ ਨੇ ਉਹਨਾਂ ਨੂੰ ਸਮਝਣ ਵਿੱਚ ਕੋਈ ਪ੍ਰੋਬਲਮ ਨਾ ਆਏ। ਪਿਆਰੇ ਵਿਦਿਆਰਥੀਓ ਪੈਨ ਕਾਪੀ ਲੈ ਕੇ ਬੈਠਿਆ ਕਰੋ, ਤੁਹਾਡੇ ਭਲੇ ਲਈ ਕਹਿ ਰਿਹਾ ਮੈਂ, ਤੁਹਾਡੇ ਫਾਇਦੇ ਲਈ ਕਹਿ ਰਿਹਾ। ਤਾਂ ਅੱਜ ਤੋਂ ਬਾਅਦ ਤੁਸੀਂ ਕੋਸ਼ਿਸ਼ ਕਰਨੀ ਹੈ ਇੱਕ ਇੱਕ ਸਟੂਡੈਂਟਸ ਨੂੰ ਹੋਰ ਨਾਲ ਲੈ ਕੇ ਬੈਠਣਾ ਹੈ ਕੱਲ੍ਹ ਤੋਂ, ਤਾਂ ਕਿ ਜ਼ਿਆਦਾ ਵਿਦਿਆਰਥੀਆਂ ਦਾ ਫਾਇਦਾ ਹੋ ਸਕੇ। ਤੁਹਾਡੇ ਜਿੰਨੇ ਫਰੈਂਡਸ ਨੇ ਉਹਨਾਂ ਨੂੰ ਦੱਸਿਆ ਕਰੋ ਕਿ ਤੁਸੀਂ ਕੀ ਕਰਨਾ ਹੈ। ਇੱਕ ਗੱਲ ਹੋਰ ਪਿਆਰੇ ਵਿਦਿਆਰਥੀਓ, ਇੱਕ ਬੱਚਾ ਇਹ ਪੁੱਛ ਰਿਹਾ ਕਿ ਸਰ ਸੈਲਰੀ ਰਿਸੀਵ ਕਿਉਂ ਨਹੀਂ ਹੁੰਦੀ। ਵੈਰੀ ਗੁੱਡ, ਸੈਲਰੀ ਰਿਸੀਵ ਕਿਉਂ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਤੁਸੀਂ ਮਾਲਕ ਹੋ, ਯੂ ਆਰ ਦਾ ਓਨਰ ਆਫ ਦੀ ਬਿਜ਼ਨਸ, ਠੀਕ ਹੈ। ਮਾਲਕ ਕਦੇ ਵੀ ਸੈਲਰੀ ਲੈਂਦਾ ਨਹੀਂ, ਉਹਦੇ ਕੋਲ ਇੰਪਲੋਈਜ਼ ਰੱਖੇ ਹੁੰਦੇ ਨੇ, ਉਹ ਆਦੇ ਕਰਮਚਾਰੀਆਂ ਨੂੰ ਤਨਖਾਹ ਦਿੰਦਾ ਹੈ, ਕਦੇ ਲੈਂਦਾ ਨਹੀਂ, ਠੀਕ ਹੈ ਜੀ। ਤਨਖਾਹ ਲੈਂਦਾ ਨਹੀਂ, ਆਦੇ ਕਰਮਚਾਰੀਆਂ ਨੂੰ ਤਨਖਾਹ ਦਿੰਦਾ ਹੈ। ਇਸ ਵਾਸਤੇ ਨਾ ਹੀ ਮਾਲਕ ਵੇਜਿਸ ਲੈਂਦਾ ਹੈ, ਉਹ ਤਾਂ ਮਜ਼ਦੂਰਾਂ ਨੂੰ ਮਜ਼ਦੂਰੀ ਦਿੰਦਾ ਹੈ, ਆਪ ਕਦੇ ਵੇਜਿਸ ਨਹੀਂ ਲੈਂਦਾ। ਇਸ ਵਾਸਤੇ ਵੇਜਿਸ ਤੇ ਸੈਲਰੀ ਕਦੇ ਵੀ ਰਿਸੀਵ ਨਹੀਂ ਹੁੰਦੀਆਂ। ਬੜਾ ਵਧੀਆ ਕੁਐਸਚਨ ਪੁੱਛਿਆ ਬੱਚੇ ਨੇ, ਐਵੇਂ ਜ਼ਰੂਰ ਕੁਐਸਚਨ ਪੁੱਛੋ ਪਿਆਰੇ ਵਿਦਿਆਰਥੀਓ, ਮੈਕਸਿਮਮ ਕੁਐਸਚਨ ਪੁੱਛੋ ਜੀ, ਸ਼ਾਬਾਸ਼। ਫालतू ਦੇ ਮੈਸੇਜ ਨਾ ਕਰੋ, ਫालतू ਮੈਸੇਜ ਕਰਨ ਨਾਲ ਟਾਈਮ ਵੇਸਟ ਹੁੰਦਾ। ਜਿਨ੍ਹਾਂ ਦਾ ਮੂਡ ਨਹੀਂ ਹੈਗਾ ਕਲਾਸ ਕੁਇਟ ਕਰ ਜਾਓ ਪਿਆਰੇ ਵਿਦਿਆਰਥੀਓ, ਸ਼ਾਬਾਸ਼। ਹੋਰ ਕੁਐਸਚਨਿੰਗ ਕਰੋ, ਅੱਜ ਮੈਂ ਤੁਹਾਡੇ ਕੁਐਸਚਨ ਦੇ ਆਨਸਰ ਦੇਣੇ ਹਨ ਪਿਆਰੇ ਵਿਦਿਆਰਥੀਓ। ਇੱਕ ਮੈਂ ਹੋਰ ਪਾ ਰਿਹਾ, ਜੇ ਆ ਜੇ ਇਕੱਲਾ ਕੈਸ਼ ਸੇਲਸ ₹1000, ਜੇ ਆ ਜੇ ਕੈਸ਼ ਪਰਚੇਜਿਸ, ਨਵੀਆਂ ਗੱਲਾਂ ਨੇ ਬੇਟਾ, ਬੁੱਕ ਵਿੱਚ ਨਹੀਂ ਮਿਲਣ ਵਾਲੀਆਂ। ਕੈਸ਼ ਪਰਚੇਜਿਸ ₹2000, ਇਹਦਾ ਮੀਨਿੰਗ ਇਹ ਹੁੰਦਾ ਹੈ, ਔਰ ਇਹਨੂੰ ਕੀ ਲਿਖ ਸਕਦੇ ਹਾਂ, ਗੁੱਡਸ ਸੋਲਡ ਔਨ ਕੈਸ਼, ਇਹਦਾ ਮਤਲਬ ਆ ਹੁੰਦਾ ਹੈ। ਤੇ ਇਹਦਾ ਮਤਲਬ ਕੀ ਹੁੰਦਾ ਹੈ, ਗੁੱਡਸ ਪਰਚੇਜ਼ਡ ਔਨ ਕੈਸ਼, ਇਹਦਾ ਮਤਲਬ ਆ ਹੈ ਪਿਆਰੇ ਵਿਦਿਆਰਥੀਓ। ਤਾਂ ਜੀ ਅਸੀਂ ਇਹਨੂੰ ਕਰਾਂਗੇ, ਕੈਸ਼ ਸੇਲ ਆਇਆ, ਕੈਸ਼ ਆ ਗਿਆ ਡੈਬਿਟ, ਸੇਲਸ ਰੀਅਲ ਅਕਾਊਂਟ ਗਈਆਂ ਕ੍ਰੈਡਿਟ, ਐਵੇਂ ਕੈਸ਼ ਪਰਚੇਜਿਸ ਕੈਸ਼ ਆ ਗਿਆ। ਹੁਣ ਦੇਖੋ ਗੁੱਡਸ ਖਰੀਦਣ ਨਾਲ ਕੈਸ਼ ਜਾ ਰਿਹਾ ਹੈ, ਕੈਸ਼ ਨੂੰ ਕ੍ਰੈਡਿਟ ਕਰਾਂਗੇ, ਪਰਚੇਜਿਸ ਆਈਆਂ ਨੇ ਰੀਅਲ ਅਕਾਊਂਟ ਡੈਬਿਟ। ਤਾਂ ਇੰਨਾ ਹੀ ਲਿਖਿਆ ਆ ਜੇ ਤਾਂ ਘਬਰਾਉਣਾ ਨਹੀਂ। ਐਵੇਂ ਦੀਆਂ ਕੱਲ੍ਹ ਮੈਂ ਕਾਫੀ ਸਾਰੀਆਂ ਤੁਹਾਨੂੰ ਨਵੀਆਂ ਗੱਲਾਂ ਦੱਸਣੀਆਂ ਨੇ ਜਿਹੜੀਆਂ ਪਹਿਲਾਂ ਨਹੀਂ ਦੱਸ ਸਕਿਆ। ਇਸ ਤੋਂ ਬਾਅਦ ਤੁਹਾਨੂੰ 2 ਦਿਨ ਦਿੱਤੇ ਗਏ ਨੇ ਪਿਆਰੇ ਵਿਦਿਆਰਥੀਓ, ਤੁਸੀਂ ਫਟਾਫਟ 2 ਦਿਨਾਂ ਦੇ ਵਿੱਚ ਪੈਨ ਕਾਪੀ ਪੈਨਸਲ ਅਰੇਜ਼ਰ ਸ਼ਾਰਪਨਰ ਅਰੇਂਜ ਕਰ ਲਓ ਤਾਂ ਕਿ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਕਰ ਸਕੀਏ। ਕਿਸੇ ਨੇ ਕੋਈ ਕੁਐਸਚਨ ਪੁੱਛਣਾ ਹੈ ਤਾਂ ਪੁੱਛ ਸਕਦਾ ਹੈ, ਅਦਰਵਾਈਜ਼ ਫालतू ਮੈਸੇਜ ਨਾ ਕਰੋ, ਆਦਾ ਟਾਈਮ ਵੇਸਟ ਨਾ ਕਰੋ, ਕੁਇਟ ਕਰ ਜਾਓ ਜਿਨ੍ਹਾਂ ਦਾ ਪੜ੍ਹਨ ਦਾ ਮੂਡ ਨਹੀਂ ਹੈਗਾ। ਪੁੱਛਿਆ ਜਾ ਰਿਹਾ ਹੈ ਸਰ ਮੈਂ ਬੈਂਕ ਵਿੱਚ 2000 ਰੁਪਏ ਜਮ੍ਹਾਂ ਕਰਾਏ ਹਨ, ਉਹ ਕ੍ਰੈਡਿਟ ਜਾਂ ਡੈਬਿਟ ਦੱਸੋ। ਵੈਰੀ ਗੁੱਡ, ਸ਼ਾਬਾਸ਼। ਕੀ ਹੈ, ਕੈਸ਼ ਡਿਪੋਜ਼ਿਟ ਇਨਟੂ ਬੈਂਕ ₹2000, ਵੈਰੀ ਗੁੱਡ। ਹੁਣ ਦੇਖੋ ਸਾਡਾ ਬੈਂਕ ਬੈਲੈਂਸ ਵੱਧ ਗਿਆ, ਅਸੀਂ ਬੈਂਕ ਨੂੰ ਰੀਅਲ ਅਕਾਊਂਟ ਵੀ ਮੰਨ ਸਕਦੇ ਹਾਂ, ਪਰਸਨਲ ਵੀ। ਤੁਸੀਂ ਮੰਨ ਕੇ ਚੱਲੋ ਅਸੀਂ ਬੈਂਕ 'ਚ ਪੈਸਾ ਜਮ੍ਹਾਂ ਕਰਾਏ, ਸਾਡਾ ਬੈਂਕ ਬੈਲੈਂਸ ਵੱਧ ਗਿਆ, ਬੈਂਕ ਨੂੰ ਰੀਅਲ ਮੰਨਾਂਗੇ। ਕਈ ਟੀਚਰ ਬੈਂਕ ਨੂੰ ਜਾਂ ਪਰਸਨਲ ਵੀ ਮੰਨਦੇ ਹਨ, ਪਰ ਪਰਸਨਲ ਕਦੋਂ ਬਣਨਾ ਹੈ, ਜਦੋਂ ਬੈਂਕ ਦਾ ਨਾਮ ਦਿੱਤਾ ਹੋਵੇ,
ਪਰਸਨਲ ਉਦੋਂ ਬਣਨਾ ਹੈ ਜਦੋਂ ਬੈਂਕ ਦਾ ਨਾਂ ਦਿੱਤਾ ਹੋਵੇ ਕਿ SBI ਬੈਂਕ 'ਚ ਜਮ੍ਹਾਂ ਕਰਾਏ ਜਾਂ PNB ਬੈਂਕ 'ਚ ਜਮ੍ਹਾਂ ਕਰਾਏ ਜਾਂ OBC ਬੈਂਕ ਵਿੱਚ ਜਮ੍ਹਾਂ ਕਰਾਏ। ਹੁਣ ਬੈਂਕ ਬੈਲੈਂਸ ਵਧਿਆ, ਪੈਸੇ ਜਦੋਂ ਬੈਂਕ 'ਚ ਜਮ੍ਹਾਂ ਕਰਾਵਾਂਗੇ ਤਾਂ ਕੈਸ਼ ਬਿਜ਼ਨਸ 'ਚੋਂ ਗਿਆ ਕ੍ਰੈਡਿਟ, ਬੈਂਕ ਬੈਲੈਂਸ ਵੱਧ ਗਿਆ, ਬੈਂਕ ਨੂੰ ਡੈਬਿਟ ਤੇ ਕੈਸ਼ ਨੂੰ ਕ੍ਰੈਡਿਟ ਕਰਾਂਗੇ। ਜੇ ਬੈਂਕ ਵਿੱਚੋਂ ਪੈਸੇ ਨਿਕਾਲ ਲੈ, ਕੈਸ਼ ਵਿਦਡਰਾਨ ਫਰੋਮ ਬੈਂਕ, ਹੁਣ ਬੈਂਕ ਦੇ ਵਿੱਚੋਂ ਪੈਸੇ ਨਿਕਾਲੇ 2000, ਬਿਜ਼ਨਸ ਵਿੱਚ ਕੈਸ਼ ਆਇਆ ਡੈਬਿਟ, ਬੈਂਕ ਬੈਲੈਂਸ ਘਟ ਗਿਆ ਕ੍ਰੈਡਿਟ। ਯਾਦ ਰੱਖਣਾ, ਬੈਂਕ 'ਚ ਪੈਸੇ ਜਮ੍ਹਾਂ ਕਰਾਵਾਂਗੇ ਤਾਂ ਬੈਂਕ ਡੈਬਿਟ ਹੋਏਗਾ, ਬੈਂਕ ਵਿੱਚੋਂ ਪੈਸੇ ਨਿਕਾਲਾਂਗੇ ਤਾਂ ਬੈਂਕ ਕ੍ਰੈਡਿਟ ਹੋਏਗਾ, ਐਂਡ ਵਾਈਸ ਵਰਸਾ ਇਨ ਕੇਸ ਆਫ ਕੈਸ਼। ਵੈਰੀ ਗੁੱਡ ਕੁਐਸਚਨ। ਐਵੇਂ ਦੇ ਕੁਐਸਚਨ ਪੁੱਛਿਆ ਕਰੋ। ਸ਼ਾਬਾਸ਼, ਬੜਾ ਵਧੀਆ। ਆਦੇ ਕੁਐਸਚਨ ਕਰੋ ਔਰ ਆਨਸਰ ਲਓ। ਪਿਆਰੇ ਵਿਦਿਆਰਥੀਓ, ਮੈਂ ਉਮੀਦ ਕਰਦਾ ਕਿ ਅੱਜ ਵਾਲਾ ਲੈਕਚਰ ਤੁਹਾਨੂੰ ਵਧੀਆ ਸਮਝ ਆਇਆ ਹੋਣਾ ਹੈ। ਤੁਹਾਡੇ ਵਰਗੇ ਕਾਫੀ ਸਟੂਡੈਂਟਸ ਜੁੜੇ ਹੋਏ ਨੇ, ਮੈਂ ਦੱਸ ਦਿੱਤਾ ਹੈ ਕਿੰਨੇ ਸਟੂਡੈਂਟਸ ਜੁੜੇ ਹੋਏ ਨੇ। ਹੋਰ ਸਟੂਡੈਂਟਸ ਨੂੰ ਜੋੜਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡਾ ਮੈਕਸਿਮਮ ਅਕਾਊਂਟੈਂਸੀ ਵਿੱਚ ਫਾਇਦਾ ਹੋ ਜੇ। ਮੈਂ ਉਮੀਦ ਕਰਦਾ ਹਾਂ ਕਿ ਅੱਜ ਵਾਲਾ ਲੈਕਚਰ ਹੈ ਜਿਹੜਾ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆ ਗਿਆ ਹੋਣਾ ਹੈ। ਨੋਟਸ ਨਾਲੋਂ ਨਾਲ ਬਣਾਉਂਦੇ ਰਹੋ, ਜਲਦੀ ਜਲਦੀ ਲੈ ਲਓ। ਜਿਨ੍ਹਾਂ ਬੱਚਿਆਂ ਨੇ ਬੁੱਕਸ ਨਹੀਂ ਲਈਆਂ ਉਹ ਜਲਦੀ ਜਲਦੀ ਨਾਲ ਆਦੀਆਂ ਬੁੱਕਸ ਅਰੇਂਜ ਕਰ ਲਓ। ਪਲੀਜ਼ ਜਲਦੀ ਜਲਦੀ ਲੈਕਚਰ ਨੂੰ ਲਾਈਕ ਜ਼ਰੂਰ ਕਰ ਦਿਓ ਪਿਆਰੇ ਵਿਦਿਆਰਥੀਓ। ਲਾਈਕ ਦੇ ਨਾਲ ਨਾਲ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਾਈਂਡਲੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨ। ਕੱਲ੍ਹ ਦੁਬਾਰਾ ਮਿਲਾਂਗੇ। ਜੈ ਹਿੰਦ।